ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਸਾਡੇ ਨਾਲ ਹਨ ਸਾਹਿਬ ਪ੍ਰਗਟ ਸਿੰਘ, ਹਾਕੀ ਦੇ ਕਪਤਾਨ ਤੇ ਦੁਨੀਆ ਭਰ 'ਚ ਜਿਨ੍ਹਾਂ ਦੀ ਇੱਕ ਤਾਕ ਪਹਿਚਾਣ ਹੈ। ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਪੰਜਾਬ ਦੀ ਰਾਜਨੀਤੀ ਦੇ ਅੰਦਰ ਗਿਣੇ ਚੁਣੇ ਅਖਲਾਕ, ਬੇਦਾਗ ਤੇ ਕਿਰਦਾਰ ਵਾਲੇ ਉਹ ਰਾਜਸੀ ਨੇਤਾ ਹੋਣਗੇ ਜਿਨ੍ਹਾਂ ਵਿੱਚੋਂ ਇੱਕ ਨਾਂ ਹੈ ਸਾਹਿਬ ਪ੍ਰਗਟ ਸਿੰਘ। ਸਾਹਿਬ ਪ੍ਰਗਟ ਸਿੰਘ ਪੰਜਾਬੀਆਂ ਦੇ ਹੀਰੋ। ਮੈਂ ਇਹਨਾਂ ਦੀ ਜਾਣ ਪਛਾਣ ਕੀ ਆਪਣੇ ਦਰਸ਼ਕਾਂ ਦੇ ਨਾਲ ਕਰਾਵਾਂਗਾ। ਸਿੱਧੇ ਤੌਰ ਤੇ ਆਪਾਂ ਸਮਾਂ ਬਚਾਉਂਦੇ ਹੋਏ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ। ਸਾਹਿਬ ਪ੍ਰਗਟ ਸਿੰਘ ਜੀ, ਸਾਡੇ ਚੈਨਲ ਤੇ ਪੈਨਲ ਤੇ ਆਉਣ ਲਈ ਮੇਰੀ ਟੀਮ ਵੱਲੋਂ, ਮੇਰੇ ਦਰਸ਼ਕਾਂ ਵੱਲੋਂ ਬਹੁਤ ਬਹੁਤ ਸਵਾਗਤ ਜੀ। ਆਇਆਂ ਨੂੰ ਜਗਤਾਰ ਜੀ ਸਤਿ ਸ਼੍ਰੀ ਅਕਾਲ, ਔਰ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਹਰਬਾਨੀ। ਸਭ ਤੋਂ ਪਹਿਲਾ ਸਵਾਲ, ਆਪਾਂ ਚੋਣਾਂ ਤੋਂ ਬਾਅਦ ਪਹਿਲੀ ਵਾਰੀ ਮੁਲਾਕਾਤ ਹੋ ਰਹੀ ਹੈ, ਤੁਹਾਨੂੰ ਬਹੁਤ ਬਹੁਤ ਮੁਬਾਰਕ। ਥੈਂਕ ਯੂ ਜੀ, ਥੈਂਕ ਯੂ ਸਰ। ਜਿਸ ਤੂਫਾਨ ਦੇ ਵਿੱਚ ਤੁਸੀਂ ਜਿੱਤ ਕੇ ਆਏ ਹੋ, ਤੂਫਾਨ ਤੋਂ ਕਹਿਣ ਤੋਂ ਮੇਰਾ ਭਾਵ ਹੈ ਇੱਕ ਤੂਫਾਨ ਤਾਂ ਪਾਰਟੀ ਦੇ ਬਾਹਰ ਚੱਲ ਰਿਹਾ ਸੀ ਤੇ ਇੱਕ ਤੂਫਾਨ ਪਾਰਟੀ ਦੇ ਅੰਦਰ ਚੱਲ ਰਿਹਾ ਸੀ। ਇਹ ਜਿੱਤ ਨੂੰ ਕਿਵੇਂ ਕਹੋਗੇ? ਦੇਖੋ, ਅਲਟੀਮੇਟਲੀ ਤਾਂ ਲੋਕਾਂ ਦਾ ਮੈਂਡੇਟ ਹੁੰਦਾ ਹੈਗਾ। ਲੋਕੀ ਬਦਲਾਅ ਚਾਹੁੰਦੇ ਸੀਗੇ ਤੇ ਉਸ ਬਦਲਾਅ ਦੇ ਵਿੱਚ ਇਹ ਚੰਗਾ ਹੁੰਦਾ ਕਿ ਕੁਛ ਹੋਰ ਚੰਦ ਚਿਹਰੇ ਜਿਹੜੇ ਆ ਉਹ ਬੈਲੈਂਸ ਕਰਕੇ, ਜੇ ਬੈਲੈਂਸ ਥੋੜ੍ਹਾ ਜਿਹਾ ਬੈਟਰ ਹੋ ਜਾਂਦਾ ਤਾਂ ਫਿਰ ਪੋਲੀਟੀਕਲੀ ਔਰ ਪੰਜਾਬ ਲਈ ਬਿਹਤਰ ਗੱਲ ਹੁੰਦੀ। ਅਤੇ ਪੰਜਾਬੀਆਂ ਨੇ ਖੈਰ ਕੋਈ 20-25 ਸਾਲਾਂ ਬਾਅਦ ਇੱਕ ਵਾਰੀ ਇਹੋ ਜਿਹਾ ਪੰਜਾਬੀ ਆਪਣਾ ਜਿਹੜਾ ਹੈਗਾ ਰੰਗ ਦਿਖਾਉਂਦੇ ਹੁੰਦੇ ਆ, ਡੰਡਾ ਖੜਕਾਉਣਾ ਹੀ ਹੁੰਦਾ। ਅਤੇ ਉਹ ਫਿਰ ਉਹਦੇ ਵਿੱਚ ਕਿਉਂਕਿ ਕੁਛ ਚੰਦ ਲੋਕ ਹੀ ਜਿਹੜੇ ਉਹ ਆਏ ਹੈਗੇ ਆ, ਅਤੇ ਮੈਂ ਆਪਣੇ ਕੌਂਸਟੀਚੁਐਂਸੀ ਦਾ, ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਵਾਰੀ ਮੈਂਡੇਟ ਦੁਆਰਾ ਦਿੱਤਾ। ਅਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿਸ ਤਰ੍ਹਾਂ ਪਹਿਲਾਂ ਪੰਜਾਬ ਅਤੇ ਪੰਜਾਬੀਅਤ ਲਈ ਖੜ੍ਹੇ ਰਹੇ ਆ, ਉਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਖੜ੍ਹੇ ਰਵਾਂਗੇ। ਤੁਸੀਂ ਇੱਕ ਬੇਬਾਕ ਨੇਤਾ ਦੇ ਤੌਰ 'ਤੇ ਜਿਹੜੇ ਸਪਸ਼ਟ ਗੱਲ ਕਹਿਣ ਦੇ ਆਦੀ ਹੋ, ਪੰਜਾਬੀ ਜਾਣਦੇ ਆ, ਤੁਹਾਨੂੰ ਇਹ ਦੱਸਣ ਦੀ, ਕਹਿਣ ਦੀ ਜ਼ਰੂਰਤ ਨਹੀਂ ਹੈ। ਪਰ ਜਿਸ ਮੁੱਦੇ 'ਤੇ ਤੁਸੀਂ ਆਪ ਵੀ ਗੱਲ ਕਰ ਰਹੇ ਹੋ ਕਿ ਜਦੋਂ ਵਿਧਾਨ ਸਭਾ ਦੀ ਚੋਣਾਂ ਦੀ ਆਪਾਂ ਗੱਲ ਕਰਦੇ ਹਾਂ, ਉਸ ਵੇਲੇ ਜੇ ਪਾਰਟੀ ਕੋਲ ਇੱਕ ਜਾਣਾ ਪਛਾਣਾ ਚਿਹਰਾ ਜਿਹੜਾ ਪੰਜਾਬੀਆਂ ਨੂੰ ਮਕਬੂਲ ਸੀ, ਸਰ ਨਵਜੋਤ ਸਿੰਘ ਸਿੱਧੂ, ਉਹਨੂੰ ਪਾਸੇ ਰੱਖ ਕੇ ਲੱਗਦਾ ਨਹੀਂ ਕਿ ਕਾਂਗਰਸ ਨੇ ਇੱਕ ਅਜਿਹਾ ਫੈਸਲਾ ਲਿਆ ਜਿਹਦੀ ਕੀਮਤ ਬਹੁਤ ਅਦਾ ਕਰਨੀ ਪਈ? ਦੇਖੋ ਜਗਤਾਰ ਜੀ, ਉਹ ਉਦੋਂ ਹਾਲਾਤ ਜਿਹੜੇ ਸੀ ਜੀ ਉਹ ਇਹੋ ਜਿਹੇ ਸੀਗੇ ਕਿ ਨਵਜੋਤ ਜੀ ਨੂੰ ਮੈਨੂੰ ਲੱਗਦਾ ਕਿ ਜਿਹੜਾ ਹੈਗਾ ਜਿਹੜਾ 2022 ਦਾ ਚਿਹਰਾ ਐਲਾਨਣਾ ਚਾਹੁੰਦੇ ਸੀ, ਕਿਉਂਕਿ ਕਈ ਵਾਰੀ ਪਾਰਟੀਆਂ ਦੀਆਂ ਸਟ੍ਰੈਟਜੀਜ਼ ਵੀ ਹੁੰਦੀਆਂ ਹੈਗੀਆਂ, ਬਟ ਉਹ ਸਟ੍ਰੈਟਜੀ ਜਿਹੜੀ ਆ ਕੋਈ ਬਹੁਤੀ ਚੰਗੀ ਨਹੀਂ ਰਹੀ। ਕਿਉਂਕਿ ਕਿਉਂਕਿ ਇੱਕ ਤਾਂ ਕਾਂਗਰਸ ਜਿਹੜੀ ਸੈਕੂਲਰ ਪਾਰਟੀ ਆ, ਪਰ ਜਦੋਂ ਅਸੀਂ ਬਹੁਤ ਜ਼ਿਆਦਾ ਕਿਸੇ ਇੱਕ ਪਾਰਟੀਕੂਲਰ ਕਮਿਊਨਿਟੀ ਨੂੰ ਜਾਂ ਇੱਕ ਪਾਰਟੀਕੂਲਰ ਸੈਕਟਰ ਨੂੰ ਬਹੁਤ ਜ਼ਿਆਦਾ ਤਰਜੀਹ ਦੇਣ ਲੱਗ ਪੈਂਦੇ ਆ, ਅਤੇ ਫਿਰ ਆਟੋਮੈਟਿਕਲੀ ਜਿਹੜੇ ਦੂਸਰੇ ਸੈਕਟਰ ਹੈਗੇ ਆ ਜਾਂ ਦੂਸਰੀਆਂ ਕਮਿਊਨਿਟੀਜ਼ ਹੈਗੀਆਂ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਰਿਜ਼ੈਂਟਮੈਂਟ ਹੋ ਜਾਂਦੀ ਆ। ਸਾਨੂੰ ਤਾਂ ਇਹ ਗੱਲ ਕਰਨੀ ਚਾਹੀਦੀ ਹੈ ਕਿ ਆਹ ਬੰਦਾ ਮੈਰਿਟ 'ਤੇ ਆ ਅਤੇ ਇਹ ਟੀਮ ਨੂੰ ਲੈ ਕੇ ਤੁਰ ਸਕਦਾ। ਅਸੀਂ ਜਦੋਂ ਪਾਰਟੀਕੂਲਰਲੀ ਹੋ ਜਾਂਦੇ ਹਾਂ ਤਾਂ ਫਿਰ ਕਈ ਵਾਰੀ ਦੂਸਰੀਆਂ ਜਿਹੜੀਆਂ ਸੈਗਮੈਂਟ ਹੈਗੇ ਆ, ਦੂਸਰੀਆਂ ਕਮਿਊਨਿਟੀਜ਼ ਹੈਗੀਆਂ, ਉਹਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਰਿਜ਼ੈਂਟਮੈਂਟ ਹੋ ਜਾਂਦੀ ਆ। ਉਹ ਰਿਜ਼ੈਂਟਮੈਂਟ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਅਗੇਂਸਟ ਹੋਈ ਆ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਤੁਸੀਂ ਆਪ ਵੀ ਕਮੈਂਟ ਕੀਤਾ ਹੈ ਕਿ ਪੰਜਾਬੀ ਬਦਲਾਅ ਦੀ ਗੱਲ ਕਰਦੇ ਸੀ। 20-25 ਸਾਲਾਂ ਬਾਅਦ ਪੰਜਾਬੀ ਚਾਹੁੰਦੇ ਹੁੰਦੇ ਕਿ ਕੋਈ ਨਾ ਕੋਈ ਬਦਲਾਅ ਉਹਨਾਂ ਦੀ ਪਸੰਦ ਦਾ ਆਵੇ। ਕਿਧਰੇ ਲੱਗਦਾ ਸੀ ਕਿ ਨਵਜੋਤ ਸਿੱਧੂ ਇੱਕ ਬਦਲਾਅ ਦਾ ਨਾਂ ਸੀ, ਪਰ ਪਾਰਟੀ ਨੇ ਜਿਹੜੇ ਚਿਹਰੇ ਨੂੰ ਲਿਆਂਦਾ ਉਹ ਬਦਲਾਅ ਦੀ ਪ੍ਰਤੀਨਿਧਤਾ ਨਹੀਂ ਕਰ ਸਕਿਆ। ਕਿਤੇ ਇਸ ਕਰਕੇ ਵੀ ਜਿਹੜੇ ਆ ਇਹ ਮੌਕਾ ਦੇਖਣ ਦਾ ਦਿਨ ਆਇਆ। ਨਹੀਂ, ਦੇਖੋ, ਮੈਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ 2022 ਦਾ ਚਿਹਰਾ ਐਲਾਨਣਾ ਸੀ, ਲੇਕਿਨ ਸਰਕਮਸਟਾਂਸਿਸ ਇਹੋ ਜਿਹੇ ਬਣੇ, ਕਿਉਂਕਿ ਜਿਹਦੇ ਵਿੱਚ ਜਾਖੜ ਸਾਹਿਬ ਵੀ ਸੀ, ਚੰਨੀ ਜੀ ਵੀ ਸੀ, ਹੋਰ ਲੀਡਰ ਵੀ ਸੀਗੇ। ਅਸਲੀ ਗੱਲ ਹੈ ਜਗਤਾਰ ਜੀ, ਜਿਹੜੀ ਲੀਡਰਸ਼ਿਪ ਦੀ ਖਿੱਚ ਤਾਣ ਨੇ ਕਾਂਗਰਸ ਦਾ ਨੁਕਸਾਨ ਕੀਤਾ। ਕਿਉਂਕਿ ਜਦੋਂ ਵੀ ਪੰਜਾਬ ਦਾ ਨੁਕਸਾਨ ਹੋਇਆ, ਚਾਹੇ ਕਿਸੇ ਪੋਲੀਟੀਕਲ ਪਾਰਟੀ ਦਾ ਹੋਇਆ, ਪਰ ਐਂਡ ਆਫ ਦਾ ਡੇ ਉਹ ਪੰਜਾਬ ਦਾ ਹੀ ਹੁੰਦਾ। ਕਿਉਂਕਿ ਕੋਈ ਵੀ ਪੰਜਾਬ ਤੋਂ ਵੱਡਾ ਨਹੀਂ ਹੈ, ਨਾ ਕੋਈ ਪੋਲੀਟੀਕਲ ਪਾਰਟੀ ਅਤੇ ਨਾ ਕੋਈ ਇੰਡੀਵਿਜੂਅਲ, ਅਤੇ ਉਹਦਾ ਨੁਕਸਾਨ ਫਿਰ ਸਾਨੂੰ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਝੱਲਣਾ ਪਿਆ।
ਕਿਉਂਕਿ ਖਿੱਚੋਤਾਣ ਸੀ 5-4 ਲੀਡਰ ਜਿਹੜੇ ਆਪਣੇ ਆਪ ਨੂੰ ਚੀਫ ਮਿਨਿਸਟਰੀ ਦੀ ਦੌੜ 'ਚ ਰੱਖਦੇ ਸੀ। ਕੋਈ ਇੱਧਰੋਂ ਗੱਲ ਕਰਦਾ ਸੀ, ਕੋਈ ਇੱਧਰੋਂ ਗੱਲ ਕਰਦਾ ਸੀ। ਮੈਂ ਹਮੇਸ਼ਾ ਇੱਕ ਟੀਮ ਦਾ ਖਿਡਾਰੀ ਰਿਹਾ ਅਤੇ ਮੈਨੂੰ ਲੱਗਦਾ ਸਾਨੂੰ ਇਹੋ ਜਿਹੀ ਡੈਮੋਕ੍ਰੇਸੀ ਛੱਡ ਕੇ ਵੈਸੇ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਵੀ, ਕਿਉਂਕਿ ਕੋਈ ਜਗਤਾਰ ਜੀ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ। ਇਟ ਹੈਜ਼ ਟੂ ਬੀ ਟੀਮ। ਜੇ ਜਗਤਾਰ ਜੀ ਅੱਜ ਐਂਕਰ ਦੇ ਤੌਰ ਤੇ ਬੈਠੇ ਹੈਗੇ ਆ, ਇਹਨਾਂ ਦੀ ਟੈਕਨੀਕਲ ਟੀਮ ਹੈ, ਇਹਨਾਂ ਦੀ ਬ੍ਰੌਡਕਾਸਟਿੰਗ ਟੀਮ ਹੈ, ਇਹਨਾਂ ਦੀ ਮਾਰਕੀਟਿੰਗ ਟੀਮ ਹੈ, ਇਹਨਾਂ ਦੀ ਟੀਮ ਦਾ ਐਂਡ ਰਿਜ਼ਲਟ ਆਉਂਦਾ। ਲੇਕਿਨ ਅਨਫੋਰਚੂਨੇਟਲੀ ਸਾਡੇ ਖਾਸ ਕਰਕੇ ਜਿਹੜੀ 92 ਤੋਂ ਬਾਅਦ, ਕਿਉਂਕਿ ਉਦੋਂ ਪਹਿਲਾਂ ਕਲੈਕਟਿਵ ਲੀਡਰਸ਼ਿਪ ਫਿਰ ਵੀ ਹੁੰਦੀ ਸੀਗੀ, ਮਿਨਿਸਟਰ ਵੀ ਕਹਿ ਸਕਦੇ ਹੁੰਦੇ ਸੀ, MLA ਵੀ ਕਹਿ ਸਕਦੇ ਹੁੰਦੇ ਸੀ, ਕਿਰਦਾਰ ਵੀ ਹੁੰਦਾ ਸੀ, ਮਾੜੀ ਮੋਟੀ ਜਾਨ ਵੀ ਹੁੰਦੀ ਸੀ। ਹੁਣ ਉਹ ਜਦੋਂ ਦੀ ਸਰਦਾਰ ਬੇਅੰਤ ਸਿੰਘ ਤੋਂ ਬਾਅਦ, ਕਿਉਂਕਿ ਉਹ ਚਲੋ ਇੱਕ ਗਵਰਨਮੈਂਟ ਬਣੀ ਸੀ ਕਿਉਂਕਿ ਡੈਮੋਕ੍ਰੇਸੀ ਨੂੰ ਰਿਸਟੋਰ ਕਰਨਾ ਸੀ, ਅਤੇ ਉਹਦੇ ਤੋਂ ਬਾਅਦ ਬਿਊਰੋਕਰੇਸੀ ਨੇ ਵੀ ਤਾਂ ਪੋਲੀਟੀਕਲ ਸਿਸਟਮ ਨੇ ਵੀ ਇਹਨੂੰ ਸੈਂਟਰਲਾਈਜ਼ ਕਰ ਲਿਆ। ਸੈਂਟਰਲਾਈਜ਼ ਕਰਕੇ ਜਦੋਂ ਤੁਸੀਂ ਚੀਫ ਮਿਨਿਸਟਰ ਬਣਾ ਲੈਂਦੇ ਆ, ਫਿਰ ਤੁਸੀਂ ਚੀਫ ਮਿਨਿਸਟਰ ਨੂੰ ਇਹੋ ਜਿਹਾ ਬਣਾ ਦਿੰਦੇ ਆ, ਤੁਸੀਂ ਉਹ ਸੋਚਣ ਲੱਗ ਪੈਂਦਾ ਵੀ ਕਿਉਂਕਿ ਬੰਦਾ ਤਾਂ ਬੰਦਾ ਹੀ ਆ ਨਾ, ਅਤੇ ਜਦੋਂ ਚੀਫ ਮਿਨਿਸਟਰ ਨੂੰ ਇਹ ਕਹਿਣ ਲੱਗ ਪੈਂਦੇ ਵੀ ਜਨਾਬ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਏਗਾ, ਬਿਲਕੁਲ ਠੀਕ, ਉਹ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਨਿਗਾਰ ਵੱਲ ਨੂੰ ਤੁਰ ਪੈਂਦੇ ਹਾਂ, ਕਿਉਂਕਿ ਬੰਦਾ ਤਾਂ ਬੰਦਾ ਹੁੰਦਾ। ਮੈਂ ਹਮੇਸ਼ਾ ਇੱਕ ਟੀਮ ਦਾ ਪਲੇਅਰ ਰਿਹਾ ਹੈਗਾ, ਔਰ ਮੈਂ ਇਹਦੇ ਵਿੱਚ ਹੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਬਿਹਤਰੀ ਸਮਝਦਾ, ਕਿਉਂਕਿ ਜਦੋਂ ਵੀ ਜਿੱਥੇ ਵੀ ਇਹ ਪ੍ਰੋਬਲਮ ਹੋਈਆਂ, ਕਿਉਂਕਿ ਅਸੀਂ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਡੈਮੋਕ੍ਰੇਸੀ ਦੇ ਆਦੀ ਨਹੀਂ ਹੈਗੇ, ਜਿੱਥੇ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਆ। ਇੱਥੇ ਤਾਂ ਬੇਸਿਕਲੀ ਜਿਹੜੀ ਸਾਡੀ ਬਿਊਰੋਕਰੇਸੀ ਆ, ਉਹ ਇਸ ਗੱਲ ਨੂੰ ਸਮਝਣ ਨੂੰ ਜਾਂ ਇਸ ਜਿਹੜੀ ਉਹ ਜ਼ਿੰਮੇਵਾਰੀ ਨੂੰ ਲੈਣ ਨੂੰ ਤਿਆਰ ਨਹੀਂ ਹੈ। ਬਿਲਕੁਲ ਠੀਕ। ਉਹ ਕਹਿੰਦੇ ਜੀ ਤੁਸੀਂ ਸਾਨੂੰ ਦੱਸੋ ਅਸੀਂ ਕਰਨਾ ਕੀ ਆ। ਸੋ ਇਹਦਾ ਮਤਲਬ ਜਿਹੜੀ ਜ਼ਿਆਦਾ ਜ਼ਿੰਮੇਵਾਰੀ ਹੋਈ ਉਹ ਪੋਲੀਟੀਕਲ ਸਿਸਟਮ ਤੇ ਹੋਈ, ਕਿਉਂਕਿ ਲੋਕ ਵੀ ਇਹ ਸੋਚਦੇ ਆ ਵੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਹੈਗੀਆਂ। ਪ੍ਰਗਟ ਸਿੰਘ, ਜਦੋਂ ਪੋਲੀਟੀਕਲ ਸਿਸਟਮ ਦੀ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ, ਇੱਕ ਸਵਾਲ ਇਹਦੇ ਤੇ ਬਣਦਾ ਹੀ ਬਣਦਾ ਹੈ। ਦੇਖੋ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਆਲਮੋਸਟ ਪੂਰੀ ਪਾਰੀ ਖੇਡੀ। ਆਖਰੀ ਕੁਝ ਮਹੀਨੇ ਸੀ ਜਦੋਂ ਮਜਬੂਰੀ 'ਚ ਚੇਂਜ ਕਰਨੀ ਪਈ, ਉਹ ਸਮਾਂ ਉਦੋਂ ਤੱਕ ਨਿਕਲ ਚੁੱਕਾ ਸੀ। ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਨਾਲ ਪਾਰਟੀ ਦੇ ਅੰਦਰ ਤੇ ਬਾਹਰ ਬਿਹੇਵ ਕੀਤਾ, ਉਹਨੇ ਵੀ ਬਹੁਤ ਵੱਡਾ ਨੁਕਸਾਨ ਪਹੁੰਚਾਇਆ? ਦੇਖੋ, ਪਹਿਲੀ ਗੱਲ ਤਾਂ ਜਗਤਾਰ ਸਿੰਘ ਜੀ ਜਿਹੜੇ ਕੈਪਟਨ ਅਮਰਿੰਦਰ ਸਿੰਘ 2002 ਤੋਂ ਲੈ ਕੇ 2007 ਵਾਲੇ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ, ਕਿਉਂਕਿ ਅਸੀਂ ਵੀ ਇਸ ਗੱਲ ਨੂੰ ਹਾਮੀ ਭਰਦੇ ਸੀ। ਅਸੀਂ ਗੱਲ ਨੂੰ ਕਹਿੰਦੇ ਸੀ ਵੀ ਨਹੀਂ ਜੇ ਇਹ, ਕਿਉਂਕਿ ਹੁੰਦਾ ਕੀ ਆ, ਕਿਉਂਕਿ ਬੰਦੇ ਦੀ ਪੁਰਾਣੀ ਪਰਫਾਰਮੈਂਸ ਤੋਂ ਉਹਦੀ ਜੱਜਮੈਂਟ ਕੀਤੀ ਜਾਂਦੀ ਆ, ਕਿਉਂਕਿ 2002 ਤੋਂ ਲੈ ਕੇ 2007 ਤੱਕ ਦੀ ਉਹਨਾਂ ਦੀ ਬਿਹਤਰ ਕਾਰਗੁਜ਼ਾਰੀ ਸੀ, ਚਾਹੇ ਉਹ ਪਾਣੀਆਂ ਦੀ ਗੱਲ ਸੀ, ਚਾਹੇ ਐਡਮਿਨਿਸਟ੍ਰੇਟਿਵਲੀ ਸੀ। ਬੇਸਿਕਲੀ ਇਸ ਤਰ੍ਹਾਂ ਦੀ ਪ੍ਰੋਜੈਕਸ਼ਨ ਹੋਈ ਸੀ ਵੀ ਇਹ ਸਟਰੋਂਗ ਡਿਸੀਜ਼ਨ ਲੈਂਦੇ ਹੈਗੇ ਆ, ਬਟ ਉਹ 2017 ਦੇ ਵਿੱਚ ਉਸ ਤਰ੍ਹਾਂ ਦਾ ਹੀ ਮੈਂਡੇਟ ਮਿਲਿਆ। ਲੇਕਿਨ ਅਨਫੋਰਚੂਨੇਟਲੀ ਉਹ 2002 ਤੋਂ ਜਿਹੜੇ 2007 ਵਾਲੇ ਕੈਪਟਨ ਅਮਰਿੰਦਰ ਸਿੰਘ ਉਹ ਨਹੀਂ ਸੀਗੇ, ਕਿਉਂਕਿ ਉਹਨਾਂ ਦਾ ਏਜੰਡਾ ਬਦਲ ਗਿਆ, ਉਹਨਾਂ ਦੀ ਕਾਰਜਸ਼ੈਲੀ ਬਦਲ ਗਈ। ਉਹਦੇ ਕਰਕੇ ਹੀ ਸਾਨੂੰ ਜਿਹੜਾ ਆ ਇੱਕ ਫਰੰਟ ਖੋਲ੍ਹਣਾ ਪਿਆ। ਅਤੇ ਮੈਂ ਹਮੇਸ਼ਾ ਬਦਲਾਅ ਚਾਹੁੰਦਾ ਹੁੰਦਾ ਵੀ ਜਿਹੜੀ ਚੀਜ਼ ਬਿਹਤਰ ਹੋ ਸਕਦੀ ਉਹ ਕਿਉਂ ਨਹੀਂ ਅਸੀਂ ਕਰਦੇ। ਸੋ ਅਸੀਂ ਉਹਦੇ ਲਈ ਲੜਾਈ ਵੀ ਲੜੀ, ਸਾਰਾ ਕੁਛ ਕੀਤਾ। ਅਤੇ ਉਹਦੇ ਤੋਂ ਬਾਅਦ ਕਿਉਂਕਿ ਇੱਕ ਤਾਂ ਲੇਟ ਹੋਏ ਆ ਬਹੁਤ, ਕਿਉਂਕਿ ਲੇਟ ਹੋਣ ਦਾ ਕਾਰਨ ਵੀ ਇੰਟਰਨਲ ਡੈਮੋਕ੍ਰੇਸੀ ਦੀ ਪ੍ਰੋਬਲਮ ਵੀ ਹੈਗੀ ਆ, ਕਿਉਂਕਿ ਬਹੁਤ ਬੰਦੇ ਜਗਤਾਰ ਜੀ ਰਹਿ ਨਹੀਂ ਗਏ ਜਿਹੜੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਸਾਹਮਣੇ ਕਹਿਣ ਦੀ ਜੁਰਤ ਕਰਦੇ ਹੋਣ, ਜਿਹੜੇ ਮੁੱਦਿਆਂ ਦੀ ਗੱਲ ਕਰਦੇ ਹੋਣ। ਜਦੋਂ ਆਪਾਂ ਇਸ ਮੁੱਦੇ 'ਤੇ ਗੱਲ ਕਰਦੇ ਹਾਂ ਕਿ ਬਹੁਤ ਬੰਦੇ ਪਾਰਟੀ ਦੇ ਅੰਦਰ ਰਹਿ ਨਹੀਂ ਗਏ, ਮੈਂ ਬਿਲਕੁਲ ਇਸੇ ਕੜੀ ਨਾਲ ਜੋੜ ਕੇ ਸਵਾਲ ਲੈਣਾ ਚਾਹੁੰਦਾ। ਦੇਖੋ, ਵਜ੍ਹਾ ਵੱਖ-ਵੱਖ ਰਹੀਆਂ। ਕਾਂਗਰਸ ਪਾਰਟੀ ਹਾਰ ਗਈ, ਉਹ ਤਾਂ ਫੈਕਟਸ ਹੈ ਜੋ ਸਾਹਮਣੇ, ਉਹਦੇ ਬਾਰੇ ਕੋਈ ਦੋ ਰਾਏ ਨਹੀਂ। ਪਰ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੀ ਜੇ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਹੈ, ਕੱਦਾਵਰ ਨੇਤਾ ਸੁਨੀਲ ਜਾਖੜ ਉਹ ਭਾਜਪਾ ਚਲੇ ਗਏ। ਹੁਣ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਤੁਹਾਡੇ ਮਾਝੇ ਦੇ 2 ਹੋਰ ਆਗੂ, ਚਲੋ ਮੀਡੀਆ 'ਚ ਨਾਂ ਆ ਹੀ ਗਏ ਉਹਨਾਂ ਦੇ, ਰਾਜਕੁਮਾਰ ਵੇਰਕਾ, OP ਸੋਨੀ, ਜਿਹੜਾ ਉਹਨਾਂ ਦੇ ਨਾਵਾਂ ਦੀ ਵੀ ਚਰਚਾ ਹੈ ਕਿ ਇਹ ਵੀ ਭਾਜਪਾ ਜਾ ਸਕਦੇ ਹੈ। ਕੀ ਵਜ੍ਹਾ ਹੈਗੀ ਹੈ ਕਿ ਕਾਂਗਰਸ ਦੇ ਅੰਦਰ ਹਾਰਨ ਤੋਂ ਬਾਅਦ ਕੁਝ ਆਗੂਆਂ ਦੇ ਅੰਦਰ ਘਬਰਾਹਟ ਹੈ ਕਿ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜਨਾ ਚਾਹੁੰਦੇ ਆ? ਕਿਵੇਂ ਦੇਖਦੇ ਹੋ ਉਸਨੂੰ? ਨਹੀਂ, ਦੇਖੋ, ਮੈਨੂੰ ਲੱਗਦਾ ਜਗਤਾਰ ਜੀ ਕੁਛ ਕੁ ਕਰੈਕਸ਼ਨਸ ਦੀ ਜ਼ਰੂਰਤ ਹੈਗੀ ਆ। ਐਕਚੁਅਲੀ ਸਾਡੇ ਪ੍ਰੋਬਲਮ ਕੀ ਆ ਕਿ ਉਰਾਂ ਪਰਾਂ ਹੋ ਕੇ ਗੱਲ ਬਹੁਤ ਕਰਦੇ ਆ, ਸਾਹਮਣੇ ਨਹੀਂ ਗੱਲ ਕਰਦੇ। ਮੈਨੂੰ ਜਿਹੜਾ ਬੇਸਿਕ ਮਲਾਲ ਹੈ
ਉਹ ਇਹੀ ਆ ਕਿ ਲੈਟ ਅਸ ਮੇਕ ਏ ਟੀਮ। ਅੱਛਾ, ਅਸੀਂ ਉਹ ਡੈਮੋਕ੍ਰੇਸੀ ਨੂੰ ਜੇ ਰਿਸਟੋਰ ਕਰ ਲਈਏ, ਕਿਉਂਕਿ ਜਿਹੜਾ ਵੀ ਜਾਂ ਪ੍ਰਧਾਨ ਬਣਨਾ ਚਾਹੁੰਦਾ ਜਾਂ ਉਹ ਚੀਫ ਮਿਨਿਸਟਰ ਬਣਨਾ ਚਾਹੁੰਦਾ, ਇਦੋਂ ਘੱਟ ਕੋਈ ਬਣਨਾ ਹੀ ਨਹੀਂ ਚਾਹੁੰਦਾ। ਅੱਛਾ ਬਈ ਤੁਸੀਂ, ਮੈਂ ਪਹਿਲਾਂ ਵੀ ਜਿਹੜੀ ਗੱਲ ਕਹੀ ਆ ਕਿ ਜਿਹੜਾ ਹਿਊਮਨ ਬੀਇੰਗ ਹੈ ਨਾ, ਅੱਛਾ ਉਹ ਜਦੋਂ ਫਿਰ ਇਹੋ ਜਿਹੀ ਡੈਮੋਕ੍ਰੇਸੀ ਅਸੀਂ ਪੈਦਾ ਕਰ ਲੈਂਦੇ ਹਾਂ, ਆਲੇ ਦੁਆਲੇ ਇੱਕ ਚਮਚਿਆਂ ਦਾ ਜਮਾਵੜਾ ਇਕੱਠਾ ਹੋ ਜਾਂਦਾ, ਉਹ ਜਦੋਂ ਬੰਦੇ ਨੂੰ ਕਹਿਣ ਲੱਗ ਪੈਂਦਾ ਵੀ ਨਾ ਜੀ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ, ਉਹ ਫਿਰ ਕਿਤੇ ਨਾ ਕਿਤੇ ਨੁਕਸਾਨ ਕਰ ਬੈਂਦਾ, ਅਤੇ ਉਹ ਫਿਰ ਬੰਦਾ ਫੂਕ ਛਕ ਜਾਂਦਾ, ਅਤੇ ਫਿਰ ਉਹ ਆਲੇ ਦੁਆਲੇ ਦੀਆਂ ਚੀਜ਼ਾਂ ਭੁੱਲ ਜਾਂਦਾ, ਅਤੇ ਫਿਰ ਉਹ ਮਾੜੀਆਂ ਚੀਜ਼ਾਂ ਵੱਲ ਤੁਰ ਪੈਂਦਾ। ਜਿਸ ਤਰ੍ਹਾਂ ਦੀ ਸਥਿਤੀ ਹੈ, ਤੁਸੀਂ ਕਹਿੰਦੇ ਹੋ ਕਿ ਕਈ ਵਾਰ ਇੱਦਾਂ ਦੀਆਂ ਗੱਲਾਂ ਹੁੰਦੀਆਂ, ਮਾੜੇ ਪਾਸੇ ਵੱਲ ਨੂੰ ਲੋਕ ਤੁਰ ਪੈਂਦੇ ਆ। ਪਿਛਲੇ ਦਿਨਾਂ 'ਚ ਜਦੋਂ ਨਵਜੋਤ ਸਿੱਧੂ, ਉਹ ਇੱਕ ਵੱਖਰੀ ਵਜ੍ਹਾ ਹੈਗੀ ਹੈ, ਜੇਲ੍ਹ 'ਚ ਚਲੇ ਗਏ 1 ਸਾਲ ਦੇ ਲਈ, ਪਾਰਟੀ ਦੇ ਹੀ ਕੁਝ ਆਗੂਆਂ ਨੇ, ਜਿਹੜੇ ਸੀਨੀਅਰ ਆਗੂ ਹੈ, ਆਪਾਂ ਛੋਟਿਆਂ ਦੀ ਗੱਲ ਨਹੀਂ ਕਰਦੇ, ਉਹਨਾਂ ਨੇ ਬੜੇ ਨਫ਼ਰਤ ਵਾਲੇ ਲਫ਼ਜ਼ ਜਿਹੜੇ ਵਰਤੇ। ਇਹੋ ਜਿਹੀ ਸਥਿਤੀ ਦੇ ਅੰਦਰ ਕੀ ਲੱਗਦਾ ਕਿ ਪਾਰਟੀ ਦੇ ਅੰਦਰੋਂ ਵੀ ਕੋਸ਼ਿਸ਼ਾਂ ਹੁੰਦੀਆਂ ਕਿ ਨਵਜੋਤ ਸਿੱਧੂ ਵਰਗੇ ਜਾਂ ਇੱਦਾਂ ਦੇ ਕੁਝ ਹੋਰ ਨੇਤਾ ਹੈਗੇ ਉਹਨਾਂ ਨੂੰ ਬਾਹਰ ਧੱਕਿਆ ਜਾਵੇ? ਇਹ ਜਗਤਾਰ ਜੀ, ਇਹ ਕੋਈ ਅੱਜ ਦੀ ਨਵੀਂ ਗੱਲ ਨਹੀਂ ਹੈਗੀ, ਇਹ ਹਮੇਸ਼ਾ ਹੁੰਦਾ ਹੀ ਆਇਆ। ਅਸੀਂ ਤਾਂ ਮਤਲਬ ਮੈਂ ਤਾਂ ਇੰਡੀਆ ਟੀਮ ਨੂੰ 10 ਸਾਲ ਲੀਡ ਕੀਤਾ ਹੈਗਾ, ਅਤੇ ਇਹ ਅੰਦਰੋਂ ਬਾਹਰੋਂ ਕੋਸ਼ਿਸ਼ਾਂ ਇੱਦਾਂ ਦੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ, ਅਤੇ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਦੀ ਬਹੁਤੀ ਪਰਵਾਹ ਕਰਨੀ ਨਹੀਂ ਚਾਹੀਦੀ। ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਿਣ ਦੀ ਜੁਰਤ ਰੱਖਣੀ ਚਾਹੀਦੀ ਆ। ਔਰ ਦੂਸਰੀ ਗੱਲ ਹੈ ਕਿ ਮੈਂ ਇਹ ਸਮਝਦਾ ਹੁੰਦਾ ਕਿ ਜਦੋਂ ਸਮਾਂ ਆ, ਸਮੇਂ ਰਹਿੰਦੇ ਤੇ ਤੁਸੀਂ ਕਹਿੰਦੇ ਨਹੀਂ ਹੈ, ਜਦੋਂ ਕਈ ਵਾਰੀ ਸਮਾਂ ਨਿਕਲ ਜਾਂਦਾ ਫਿਰ ਕਈ ਵਾਰੀ ਤੁਸੀਂ ਲਕੀਰ ਪਿੱਟੀ ਜਾਂਦੇ, ਇਹੋ ਜਿਹੀ ਲਕੀਰ ਪਿੱਟਣੀ ਨਹੀਂ ਚਾਹੀਦੀ। ਕਿਉਂਕਿ ਜਦੋਂ ਵੀ ਕਿਸੇ ਬੰਦੇ ਨਾਲ ਉਸ ਸਮੇਂ ਜਦੋਂ ਪ੍ਰੈਜ਼ੈਂਟ ਸਰਕਮਸਟਾਂਸ ਦੇ ਵਿੱਚ ਕੁਛ ਕਰ ਸਕਦਾ ਹੋਵੇ, ਉਦੋਂ ਕਹਿਣ ਦੀ ਜ਼ਰੂਰਤ ਹੁੰਦੀ ਆ ਵੀ ਭਾਈ ਤੂੰ ਆਹ ਗੱਲ ਗਲਤ ਕਰਦਾ। ਬਿਲਕੁਲ ਠੀਕ। ਉਦੋਂ ਫਿਰ ਇਹ ਬੰਦੇ ਉਰਾਂ ਪਰਾਂ ਹੋ ਕੇ ਆਪਣਾ ਟਾਈਮ ਕੱਢ ਲੈਂਦੇ ਆ, ਅਤੇ ਫਿਰ ਜਦੋਂ ਸਮਾਂ ਨਹੀਂ ਹੁੰਦਾ ਉਦੋਂ ਫਿਰ ਇੱਦਾਂ ਦੀਆਂ ਗੱਲਾਂ ਜਿਹੜੀਆਂ। ਬਿਲਕੁਲ, ਪਰ ਆਪਾਂ ਜਦੋਂ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ, ਉਹ ਜੇਲ੍ਹ ਜਾਣ ਤੋਂ ਪਹਿਲਾਂ ਵੀ, ਤੁਸੀਂ ਤਾਂ ਬੜੇ ਉਹਨਾਂ ਦੇ ਨਜ਼ਦੀਕੀ ਮਿੱਤਰ ਹੋ, ਇਹ ਕਹਿੰਦੇ ਰਹੇ ਕਿ ਮੈਂ ਪੰਜਾਬ ਦੇ ਲਈ ਡਟ ਕੇ ਖੜਾ ਹਾਂ। ਜੇ ਕਾਂਗਰਸ ਦੇ ਅੰਦਰ ਅਜਿਹਾ ਮਾਹੌਲ ਨਹੀਂ ਬਣਦਾ ਕਿ ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਦੇ ਲਈ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਜਾਂ ਜਿਸ ਤਰੀਕੇ ਨਾਲ ਉੱਥੋਂ ਮਾਹੌਲ ਬਣਿਆ ਉਹ ਮਾਹੌਲ ਖਤਮ ਨਹੀਂ ਹੁੰਦਾ, ਕਿ ਨਵਜੋਤ ਸਿੱਧੂ ਕੱਲ੍ਹ ਨੂੰ ਕੋਈ ਵੱਖਰੀ ਤਰ੍ਹਾਂ ਦਾ ਪੋਲੀਟੀਕਲ ਫੈਸਲਾ ਲੈਂਦੇ ਆ, ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਕੀ ਤੁਸੀਂ ਫਿਰ ਨਵਜੋਤ ਸਿੱਧੂ ਦੇ ਫੈਸਲੇ ਦੀ ਹਮਾਇਤ ਕਰੋਗੇ? ਨਹੀਂ, ਦੇਖੋ ਡਿਪੈਂਡ ਕਰਦਾ ਕਿ ਹਾਂ ਵੀ ਆਪਾਂ ਦੇਖੋ ਜਿਹੜਾ ਵੀ, ਮੈਂ ਤਾਂ ਦੇਖੋ ਨਵਜੋਤ ਸਿੱਧੂ ਮੇਰਾ ਦੋਸਤ ਹੈ, ਮੈਂ ਹਮੇਸ਼ਾ ਜਿਹੜਾ ਪੰਜਾਬ ਦੇ ਭਲੇ ਦੀ ਗੱਲ ਹੋਵੇ ਮੈਂ ਤਾਂ ਉਹ ਗੱਲ ਕਰਦਾ ਹੁੰਦਾ। ਕਿਉਂਕਿ ਦੇਖੋ ਅਸੀਂ ਵੀ ਕਈ ਚੀਜ਼ਾਂ ਜਿਹੜੀਆਂ, ਦੇਖੋ ਇਹ ਜਿਹੜੀਆਂ ਸਾਨੂੰ ਇਲੈਕਸ਼ਨ ਤੋਂ ਪਹਿਲਾਂ ਇੱਦਾਂ ਤੁਰਨ ਦੀ ਜ਼ਰੂਰਤ ਸੀ, ਜਿਹੜੇ ਨਵਜੋਤ ਸਿੱਧੂ ਬਾਅਦ 'ਚ ਤੁਰੇ ਹੈਗੇ ਆ। ਦੇਖੋ ਮੈਂ ਹਮੇਸ਼ਾ ਕਮਰੇ 'ਚ ਬੈਠ ਕੇ ਵੀ, ਅਸੀਂ ਅਲੱਗ ਬੈਠ ਕੇ ਵੀ ਇਹ ਗੱਲ ਕਰਦੇ ਰਹੇ ਹਾਂ ਕਿ ਸਾਨੂੰ ਉਦੋਂ ਤੁਰਨ ਦੀ ਜ਼ਰੂਰਤ ਆ। ਉਦੋਂ ਬੇਸਿਕਲੀ ਦੇਖੋ ਡਿਫਰੈਂਸ ਆਫ ਓਪੀਨੀਅਨ ਹੋਣਾ ਸੁਭਾਵਿਕ ਹੈ, ਇਹ ਘਰ ਦੇ ਵਿੱਚ ਵੀ ਹੋ ਜਾਂਦਾ, ਇੱਕ ਪਰਿਵਾਰ ਦੇ ਵਿੱਚ ਵੀ ਹੋ ਜਾਂਦਾ, ਲੇਕਿਨ ਲਾਰਜਰ ਇੰਟਰਸਟ ਲਈ ਸਾਨੂੰ ਜਿਹੜੀ ਆ ਉਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਆ। ਕਿਉਂਕਿ ਮੈਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਇਲੈਕਸ਼ਨ ਤੋਂ ਪਹਿਲਾਂ ਇੱਕੋ ਗੱਲ ਕਹੀ ਸੀ, ਉਦੋਂ ਜਾਖੜ ਜੀ ਵੀ ਬੈਠੇ ਸੀ, ਉਹ ਚੰਨੀ ਜੀ ਵੀ ਬੈਠੇ ਸੀ। ਮੈਂ ਕਿਹਾ ਜੋ ਸਰਕਮਸਟਾਂਸਿਸ ਹੈਗੇ ਆ ਉਹਦੇ ਮੁਤਾਬਕ ਪੰਜਾਬ ਇਹ ਡਿਮਾਂਡ ਕਰਦਾ ਵੀ ਤੁਸੀਂ ਤਿੰਨੇ ਜਣੇ ਇਕੱਠੇ ਹੋ ਕੇ ਤੁਰੋ, ਕਿਉਂਕਿ ਜਿਹੜੇ ਡਿਫਰੈਂਸਿਸ ਹੈਗੇ ਆਪਾਂ ਉਹਨੂੰ ਬਾਅਦ 'ਚ ਕਰ ਲਾਂਗੇ। ਪਰ ਉਹ ਗੱਲ ਕਿਸੇ ਸਿਰੇ ਕੰਢੇ ਬਹੁਤੀ ਲੱਗੀ ਨਹੀਂ, ਔਰ ਜਿਹਦਾ ਕਿ ਸਾਨੂੰ ਸਾਰਿਆਂ ਨੂੰ ਭੁਗਤਣਾ ਪਿਆ। ਬਿਲਕੁਲ ਠੀਕ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਵੀ ਅਹਿਮ ਤੇ ਵੱਡਾ ਮੁੱਦਾ ਹੈ, ਉਸ ਮੁੱਦੇ 'ਤੇ ਪ੍ਰਗਟ ਸਿੰਘ ਜੀ ਨਾਲ ਕਰਾਂਗੇ ਗੱਲ, ਪਰ ਛੋਟੀ ਜਿਹੀ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਸਰਦਾਰ ਪ੍ਰਗਟ ਸਿੰਘ, ਹਾਕੀ ਦੀ ਕਪਤਾਨੀ ਤੇ ਦੁਨੀਆ ਤੱਕ ਮਨਾਈ ਹੈ, ਪੰਜਾਬ ਦੀ ਰਾਜਨੀਤੀ 'ਚ ਵੀ ਬਹੁਤ ਕੁਝ ਕਰਨਾ ਲੋਚਦੇ ਹੈ। ਇਹਨਾਂ ਨਾਲ ਮੁੜ ਕੇ ਆਪਾਂ ਇਹਨਾਂ ਮੁੱਦਿਆਂ 'ਤੇ ਕਰ ਰਹੇ ਹਾਂ ਚਰਚਾ। ਸਰ ਪ੍ਰਗਟ ਸਿੰਘ ਜੀ, ਇਸ ਮਾਮਲੇ 'ਤੇ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦਾ ਇੱਕ ਹੋਰ ਵੱਡਾ ਮਾਮਲਾ ਹੈ ਸਿੱਧੂ ਮੂਸੇਵਾਲ। ਪਿਛਲੇ ਦਿਨਾਂ 'ਚ ਬੜੀ ਬੇਰਹਿਮੀ ਨਾਲ ਉਹਦਾ ਕਤਲ ਹੋਇਆ, ਪਰ ਪੰਜਾਬ ਦੇ ਅੰਦਰ ਉਸ ਤੋਂ ਬਾਅਦ ਵੱਡੀ ਇੱਕ ਭਾਵਕ ਲਹਿਰ ਉਸ ਦੇ ਹੱਕ 'ਚ ਖੜੀ ਹੋ ਗਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਭਗਵੰਤ ਮਾਨ, ਉਹਨਾਂ ਵੱਲੋਂ ਇਹਨਾਂ ਸਿਕਿਉਰਿਟੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ, ਉਹਦੀ ਵਜ੍ਹਾ ਕਰਕੇ ਇਹ ਐਡਾ ਵੱਡਾ ਪੰਜਾਬ ਨੂੰ ਕੀਮਤ ਅਦਾ ਕਰਨੀ ਪੈ ਰਹੀ ਹੈ। ਕਿਵੇਂ ਦੇਖਦੇ ਹੋ? ਦੇਖੋ ਜਗਤਾਰ ਜੀ, ਮੈਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਆ, ਇਹੋ ਜਿਹੇ ਕਲਾਕਾਰ ਜਾਂ ਇਹੋ ਜਿਹੇ ਜਿਹੜੀਆਂ ਪਰਸਨੈਲਿਟੀਜ਼ ਹੁੰਦੀਆਂ ਉਹ ਬੇਸਿਕਲੀ ਸੂਬੇ ਦੀ ਜਾਂ ਦੇਸ਼ ਦੀ ਪ੍ਰੋਪਰਟੀ ਹੁੰਦੀਆਂ। ਅੱਛਾ, ਉਹਨਾਂ ਦੀ ਹਿਫਾਜ਼ਤ ਕਰਨਾ ਵੀ ਸਾਡਾ ਫਰਜ਼ ਬਣਦਾ,
ਲੇਕਿਨ ਇਸ ਕੇਸ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਸਭ ਨੂੰ ਪਤਾ ਸੀਗਾ, ਇੰਟੈਲੀਜੈਂਸ ਏਜੰਸੀਜ਼ ਨੂੰ ਵੀ ਪਤਾ ਸੀ, ਸਾਰਿਆਂ ਨੂੰ ਪਤਾ ਸੀ, ਉਹ ਸਰਕਾਰ ਨੂੰ ਉਹ ਸਮੇਂ-ਸਮੇਂ ਤੇ ਉਹਨਾਂ ਨੇ ਅਗਾਹ ਵੀ ਕੀਤਾ ਕਿ ਇਹਦੀ ਜਾਨ ਨੂੰ ਖਤਰਾ ਹੈਗਾ ਤੇ ਇਹਦੀ ਜਿਹੜੀ ਸਿਕਿਉਰਿਟੀ ਆ ਇਹ ਪ੍ਰੋਪਰ ਕੀਤੀ ਜਾਵੇ। ਕਿਉਂਕਿ ਪਹਿਲਾਂ ਮੇਰਾ ਖਿਆਲ ਸ਼ਾਇਦ 12 ਬੰਦੇ ਸੀ, ਫਿਰ 4 ਰਹਿ ਗਏ, 4 2 ਰਹਿ ਗਏ। ਅੱਛਾ, ਉਹ ਹੁੰਦਾ ਕੀ ਆ? ਦੇਖੋ, ਇਹ ਯੰਗ ਬੱਚੇ ਆ, ਕਿਉਂਕਿ ਇਹਨਾਂ ਨੂੰ ਨਹੀਂ ਪਤਾ ਵੀ ਸ਼ਾਇਦ ਕਿੰਨਾ ਕੁ ਜਿਹੜਾ ਹੈਗਾ ਆ ਖਤਰੇ ਦਾ ਲੈਵਲ ਹੈਗਾ। ਉਹਨੇ ਸੋਚਿਆ ਵੀ ਸ਼ਾਇਦ ਜਿਹੜਾ ਵਿਡਰਾਅ ਕਰ ਲਿਆ ਵੀ ਸ਼ਾਇਦ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸਰਕਾਰ ਨੇ ਵੀ ਮੈਸੇਜ ਦਿੱਤਾ, ਪਰ ਅਨਫੋਰਚੂਨੇਟਲੀ ਇਹ ਜਿਹੜੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਚੀਪ ਪਬਲਿਸਿਟੀ ਵੀ, ਕਿਉਂਕਿ ਚੰਗੇ ਕੰਮ ਕਰਕੇ ਸਰਕਾਰਾਂ ਪਬਲਿਸਿਟੀ ਲੈਣ, ਕੋਈ ਪ੍ਰੋਬਲਮ ਨਹੀਂ ਹੈ। ਅੱਛਾ, ਜਦੋਂ ਰੋਜ਼ ਕਹਿ ਦੇਣਾ ਵੀ ਅਸੀਂ ਜੀ VIP ਕਲਚਰ, ਯਾਰ ਕਿਹੜੇ VIP ਕਲਚਰ ਦੀ ਗੱਲ ਕਰਦੇ ਹੋ? ਜੇ ਚੀਫ ਮਿਨਿਸਟਰ ਦੇ ਕੋਲ 1000 ਬੰਦਾ ਜਿਹੜਾ ਸਿਕਿਉਰਿਟੀ 'ਤੇ ਹੈਗਾ, ਮੈਨੂੰ ਪਤਾ ਚਲੋ ਇਹ ਪੁਲਿਸ ਵਾਲਿਆਂ ਨੇ ਇਸ ਗੱਲ ਨੂੰ ਨਹੀਂ ਮੰਨਣਾ ਵੀ ਹਾਂ ਵੀ, ਕਿਉਂਕਿ ਚੀਫ ਮਿਨਿਸਟਰ ਦਾ ਵੀ ਕਈ ਵਾਰੀ ਸਮੱਸਿਆਵਾਂ ਹੁੰਦੀਆਂ, ਉਹ ਵੀ ਇਸ ਪ੍ਰੋਟੋਕੋਲ 'ਚੋਂ ਬਾਹਰ ਨਹੀਂ ਜਾ ਸਕਦੇ ਹੁੰਦੇ। ਅਤੇ ਕੇਜਰੀਵਾਲ ਨੂੰ 90 ਗਨਮੈਨ ਇੱਥੋਂ ਦਿੱਤੇ ਹੈਗੇ ਆ, ਰਾਘਵ ਚੱਡਾ ਆ, ਇਹਨੂੰ 50 ਗਨਮੈਨ ਦਿੱਤੇ ਹੈਗੇ ਆ। ਬਈ ਇਹਨਾਂ ਨੇ ਕੀ ਕੀਤਾ ਆ ਪੰਜਾਬ ਲਈ? ਇਹੋ ਜਿਹਾ ਕੀ ਕੀਤਾ ਆ? ਲੇਕਿਨ ਜਦੋਂ ਮੈਂ ਪੰਜਾਬ ਦੀ ਗੱਲ, ਦੇਖੋ ਭਗਵੰਤ ਮਾਨ ਅਦਰਵਾਈਜ਼ ਪਰਸਨਲੀ ਮੇਰਾ ਚੰਗਾ ਦੋਸਤ ਹੈਗਾ, ਜਿਹੜੀ ਗੱਲ ਚੰਗੀ ਕਰੂਗਾ ਮੈਂ ਚੰਗੀ ਵੀ ਕਹੂੰਗਾ, ਪਰ ਜਿਹੜੀ ਗੱਲ ਚੰਗੀ ਨਹੀਂ ਕਰੂਗਾ, ਕਿਉਂਕਿ ਇਸ ਸਿਚੁਏਸ਼ਨ ਦੇ ਵਿੱਚ ਤਾਂ ਭਗਵੰਤ ਮਾਨ ਨੇ ਬੇਸਿਕਲੀ ਬਹੁਤ ਹੀ ਮਾੜਾ ਜਾਤਾ ਇਹਨਾਂ ਅਫਸਰਾਂ ਨੇ, ਜਾਂ ਤਾਂ ਕੰਟਰੋਲ ਨਹੀਂ ਹੈਗਾ, ਜਾਂ ਗੱਲ ਦੀ ਸਮਝ ਨਹੀਂ ਹੈਗੀ, ਜਾਂ ਗੱਲ ਦੀ ਸੈਂਸਿਟਿਵਿਟੀ ਨਹੀਂ ਹੈਗੀ। ਮੈਂ ਕਹਿੰਦਾ ਵੀ ਸਾਨੂੰ ਕੋਈ ਗਨਮੈਨ ਨਹੀਂ ਚਾਹੀਦਾ, ਤੁਸੀਂ ਪੰਜਾਬ ਨੂੰ ਸਿਕਿਉਰ ਤਾਂ ਕਰ ਲਓ, ਵੀ ਪੰਜਾਬ ਨੂੰ ਸਿਕਿਉਰ ਤਾਂ ਕਰ ਲਓ। ਸੋ ਅਸੀਂ ਉਸ ਸਿਚੁਏਸ਼ਨ ਦੇ ਵਿੱਚ ਖੜ੍ਹੇ ਹਾਂ ਜਿੱਥੇ ਪੰਜਾਬ ਡੈਟ ਦੇ ਵਿੱਚ ਵੀ ਬਹੁਤ ਥੱਲੇ ਹੈਗਾ, ਅਸੀਂ ਮਾੜੇ ਪਾਸੇ ਨੂੰ ਜਾ ਰਹੇ ਹਾਂ, ਅਨਇੰਪਲੋਇਮੈਂਟ ਵੀ ਬਹੁਤ ਹੈ, ਐਜੂਕੇਸ਼ਨ ਨੂੰ ਸਿਸਟਮ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਉਸ ਸਮੇਂ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਹੋ ਜਾਣੇ ਉਹ ਸੂਬੇ ਲਈ ਕਦੀ ਵੀ ਬਿਹਤਰ ਨਹੀਂ ਹੈਗੇ, ਕਿਉਂਕਿ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ, ਇਹ ਮੇਰੇ ਖਿਆਲ ਹਜੇ 2.5 ਮਹੀਨੇ ਹੋਏ ਆ, 2.5 ਮਹੀਨਿਆਂ ਦੇ ਵਿੱਚ ਪੰਜਾਬ ਦੇ ਇਹੋ ਜਿਹੇ ਹਾਲਾਤ ਹੋਏ ਆ ਵੀ ਜਿਹਦੇ ਵਿੱਚ ਪੰਜਾਬ ਦੀ ਕੋਈ ਤਸਵੀਰ ਬਹੁਤੀ ਚੰਗੀ, ਮੈਂ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਦੀ ਜਿੱਦਾਂ ਦੀ ਮਰਜ਼ੀ ਹੋਵੇ, ਪਰ ਪੰਜਾਬ ਦੀ ਤਸਵੀਰ ਕੋਈ ਬਹੁਤੀ ਚੰਗੀ ਨਹੀਂ ਜਾ ਰਹੀ। ਤੁਹਾਨੂੰ ਯਾਦ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਕਾਂਗਰਸ ਜੁਆਇਨ ਕੀਤਾ ਤਾਂ ਸ਼ਾਇਦ ਆਪਣੇ ਘਰੋਂ ਹੀ ਜਿਹੜਾ ਉੱਠ ਕੇ ਗਏ ਸੀ ਸਾਰੇ ਜਣੇ ਜਦੋਂ ਜੁਆਇਨ ਕੀਤਾ ਸੀਗਾ, ਅਤੇ ਕਾਂਗਰਸ ਦਾ ਇੱਕ ਭਵਿੱਖ ਦੇ ਤੌਰ 'ਤੇ ਤੁਸੀਂ ਦੇਖਦੇ ਸੀਗੇ। ਹੁਣ ਲੱਗਦਾ ਹੈ ਕਿ ਪੰਜਾਬ ਤੇ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਹ ਇਕੱਲੀ ਕਾਂਗਰਸ ਦੀ ਗੱਲ ਨਹੀਂ ਹੈ, ਇਕੱਲੇ ਜਿਹੜੀ ਹੈਗੀ ਆ ਸਿੱਧੂ ਮੂਸੇਵਾਲ ਦੀ ਗੱਲ ਨਹੀਂ ਹੈ, ਇਹ ਸੂਬੇ ਦੀ ਗੱਲ ਆ। ਮੈਂ ਤਾਂ ਇਹਨਾਂ ਚੀਜ਼ਾਂ ਨੂੰ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਦੇਖਦਾ ਹੁੰਦਾ, ਕਿਉਂਕਿ ਸਿੱਧੂ ਮੂਸੇਵਾਲ ਜਿਹੜਾ ਆ ਉਹ ਇੱਕ ਅਪਰਾਈਟ ਬੱਚਾ ਸੀ, ਇੱਕ ਅਪਰਾਈਟ ਕਲਾਕਾਰ ਸੀ। ਉਹਦੇ ਕੋਲ ਕੁਦਰਤ ਨੇ ਉਹਨੂੰ ਇਹ ਕਲਾ ਦਿੱਤੀ ਸੀ, ਸੱਚ ਕਹਿੰਦਾ ਵੀ ਸੀਗਾ ਕਹਿਣ ਦੀ, ਕਿਉਂਕਿ ਸੱਚ ਕਹਿਣ ਦੀ ਜ਼ਰੂਰਤ ਬਹੁਤ ਘੱਟ ਬੰਦਿਆਂ 'ਚ। ਬਿਲਕੁਲ। ਸੋ ਉਹ ਸਾਡਾ ਵੱਡਾ ਨੁਕਸਾਨ ਹੋਇਆ, ਕਿਉਂਕਿ ਇਹੋ ਜਿਹੇ ਜਿਹੜੇ ਕਲਾਕਾਰ ਹੁੰਦੇ ਆ ਉਹਨਾਂ ਨਾਲ ਫਿਰ ਨੌਜਵਾਨਾਂ ਦੀਆਂ ਫੀਲਿੰਗ ਜੁੜੀਆਂ ਹੋਈਆਂ ਹੁੰਦੀਆਂ। ਈਵਨ ਕਿ ਮੈਂ ਹੁਣ ਕੱਲ੍ਹ ਦੀ ਕਈ ਵਾਰੀ ਪਰਸੋਂ ਦੇ ਮੈਨੂੰ ਬਾਹਰੋਂ ਬੜੇ ਫੋਨ ਆਏ ਹੈਗੇ ਆ, ਮਤਲਬ ਇੱਦਾਂ ਦੀ ਉੱਥੇ ਮੁਹਿੰਮ ਜੀ ਆ ਵੀ ਯਾਰ ਪੰਜਾਬ 'ਚ ਜਾਓ ਨਾ। ਦੇਖੋ ਜੇ ਪੰਜਾਬ 'ਚ ਕੋਈ ਆਉਣੋਂ ਹਟ ਗਿਆ ਪੰਜਾਬ ਦੇ ਵਿੱਚ, ਦੇਖੋ ਉਹਦਾ ਰੈਵਨਿਊ ਲਾਸਿਸ ਕੀ ਹੈਗਾ ਆ, ਇਮੇਜ ਦਾ ਕੀ ਹੈਗਾ ਆ, ਅਸੀਂ ਬਹੁਤ ਵੱਡਾ ਸਵਾਲ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਕਿ ਲੋਕੀ ਮੈਸੇਜ ਦੇ ਰਹੇ ਕਿ ਪੰਜਾਬ 'ਚ ਜਾਓ ਨਾ। ਦੇਖੋ ਜਦੋਂ ਸਰਕਾਰ ਆਈ ਸੀ, ਸਰਕਾਰ ਆਉਣ ਤੋਂ ਪਹਿਲਾਂ ਤੇ ਬਾਅਦ 'ਚ ਭਗਵੰਤ ਮਾਨ ਮੁੱਖ ਮੰਤਰੀ ਤੌਰ 'ਤੇ ਆਪ ਇਹ ਸੁਨੇਹਾ ਦਿੰਦੇ ਰਹੇ ਹੈ ਕਿ ਅਸੀਂ ਪੰਜਾਬ ਦੇ ਅੰਦਰ ਹੀ ਅਜਿਹਾ ਮਾਹੌਲ ਬਣਾਵਾਂਗੇ ਕਿ ਸਾਡੇ ਬੱਚੇ ਵਿਦੇਸ਼ਾਂ ਨੂੰ ਨਹੀਂ ਜਾਣਗੇ। ਪਰ ਜਿਹੜੀ ਹੁਣ ਸਥਿਤੀ ਬਣ ਗਈ ਹੈ, ਇਹਦੇ 'ਚ ਫਿਰ ਪੰਜਾਬ 'ਚ ਕੌਣ ਰਹੇਗਾ? ਜਗਤਾਰ ਜੀ, ਜਿਹੜਾ ਡਿਲੀਵਰੀ ਤੇ ਗੱਲਾਂ 'ਚ ਫਰਕ ਬਹੁਤ ਹੁੰਦਾ, ਕਿਉਂਕਿ ਇਕੱਲਾ ਗੱਲਾਂ ਕਰਕੇ ਨਹੀਂ ਠੀਕ ਹੋਣਾ ਹੈਗਾ, ਬਹੁਤ ਸਮੱਸਿਆਵਾਂ ਹੈਗੀਆਂ। ਅੱਛਾ, ਅਨਇੰਪਲੋਇਮੈਂਟ ਤਾਂ ਹੈਗੀ ਆ, ਕਰਪਸ਼ਨ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ, ਪਰ ਮੈਂ ਕਹਿੰਦਾ ਜਿਹੜੇ ਵੱਡੇ ਮੋਟੇ ਮਗਰਮੱਛ ਆ ਉਹਨਾਂ ਨੂੰ ਫੜ ਕੇ ਦਿਓ ਅੰਦਰ, ਉਹਨਾਂ 'ਚੋਂ ਤਾਂ ਹਜੇ ਕੋਈ ਫੜਿਆ ਨਹੀਂ ਹੈ। ਗੱਲਾਂ, ਕਿਉਂਕਿ ਇਕੱਲੀਆਂ ਗੱਲਾਂ ਨਾਲ ਨਹੀਂ ਭਗਵੰਤ ਮਾਨ ਜੀ, ਇੱਦਾਂ ਦੀਆਂ ਗੱਲਾਂ ਸਿਰੇ ਨਹੀਂ ਲੱਗਣੀਆਂ, ਤੁਹਾਨੂੰ ਬੜੇ ਟਫ ਡਿਸੀਜ਼ਨ ਲੈਣੇ ਪੈਣਗੇ, ਕਿਉਂਕਿ ਐਂਡ ਆਫ ਦਾ ਡੇ ਨਾਓ ਯੂ ਆਰ ਇਨ ਗਵਰਨਮੈਂਟ। ਸੋ ਗਵਰਨਮੈਂਟ ਨੇ ਹਮੇਸ਼ਾ ਹੀ ਕੰਟਰੋਲ ਕਰਨਾ ਹੁੰਦਾ। ਕਿਧਰੇ ਇਹ ਵੀ ਲੱਗਦਾ ਹੈ ਕਿ ਜਦੋਂ ਬਾਰ-ਬਾਰ ਇਹ ਗੱਲ ਕਹੀ ਜਾਂਦੀ ਹੈ ਕਿ ਭਗਵੰਤ ਮਾਨ ਜੇ ਆਪਣੇ ਤੌਰ 'ਤੇ ਆਜ਼ਾਦਾਨਾ ਤੌਰ 'ਤੇ ਫੈਸਲੇ ਲੈਣ ਤਾਂ ਇੱਕ ਵੱਖਰੀ ਗੱਲ ਹੈ,
ਪਰ ਜਦੋਂ ਕਿਹਾ ਜਾਂਦਾ ਕਿ ਦਿੱਲੀ ਤੋਂ ਸਰਕਾਰ ਚੱਲਦੀ ਹੈ, ਉਹਦੇ ਕਰਕੇ ਵੀ ਲੱਗਦਾ ਕਿ ਕੋਈ ਕਹਿੰਦਾ ਡੰਮੀ ਸਰਕਾਰ ਹੈ ਜੀ, ਫੈਸਲੇ ਨਹੀਂ ਲੈ ਸਕਦੇ, ਉਹਦਾ ਵੀ ਪਰਛਾਵਾਂ। ਦੇਖੋ ਅਲੱਗ-ਅਲੱਗ ਮੂੰਹ ਅਲੱਗ-ਅਲੱਗ ਗੱਲਾਂ ਹੈਗੀਆਂ, ਕਿਉਂਕਿ ਐਂਡ ਆਫ ਦਾ ਡੇ ਤਾਂ ਮੈਂ ਤਾਂ ਸ਼ੁਰੂ ਦੇ ਵਿੱਚ ਭਗਵੰਤ ਮਾਨ ਜੀ ਨੂੰ ਇੱਕੋ ਗੱਲ ਕਹੀ ਸੀ ਵੀ ਜੋ ਭਰਾ ਹੁਣ ਹੋਣਾ ਉਹ ਤੇਰਾ ਹੀ ਹੋਣਾ, ਤੇਰੇ ਆਲੇ ਦੁਆਲੇ ਘੁੰਮਣਾ, ਨਾ ਤਾਂ ਉਸੇ ਦਾ ਹੀ ਹੈ, ਨਾ ਤਾਂ ਤੇਰਾ ਹੀ ਆ। ਠੀਕ ਹੈ ਨਾ। ਇਹ ਠੀਕ ਹੈ ਵੀ ਸਾਡੇ ਸਿਸਟਮ ਦੇ ਵਿੱਚ ਅਨਫੋਰਚੂਨੇਟਲੀ ਇੱਕ ਚੀਫ ਮਿਨਿਸਟਰ ਨੂੰ ਇੱਕ ਡੈਮੀ ਗੋਡ ਦੇ ਤੌਰ ਤੇ ਪੇਸ਼ ਕਰ ਦਿੱਤਾ ਜਾਂਦਾ, ਹੁੰਦੇ ਤਾਂ ਉਹਦੇ ਕੋਲ 24 ਘੰਟੇ ਆ। ਬਈ ਪਾਵਰਸ ਨੂੰ ਡੀਸੈਂਟਰਲਾਈਜ਼ ਕਰੋ, ਲੈਟ ਅਦਰ ਮਿਨਿਸਟਰਸ ਆਲਸੋ ਟੇਕ ਡਿਸੀਜ਼ਨਸ। ਅੱਛਾ, ਜਿਹੜੀ ਡਰਾਈਵਿੰਗ ਸੀਟ ਤੇ ਬੈਠੇ ਆ ਤੇ ਤੁਹਾਨੂੰ ਪਤਾ ਵੀ ਬ੍ਰੇਕ ਕਿੱਥੇ ਮਾਰਨੀ ਆ ਤੇ ਰੇਸ ਕਿੱਥੇ ਦੇਣੀ ਆ ਤੇ ਸੱਜੇ ਨੂੰ ਕਦੋਂ ਮੁੜਨਾ ਤੇ ਖੱਬੇ ਨੂੰ ਕਦੋਂ ਮੁੜਨਾ। ਕਈ ਵਾਰੀ ਨਾਲ ਦਾ ਬੈਠਾ ਨਾ ਜਦੋਂ ਬਹੁਤ ਗਾਈਡ ਕਰਦਾ ਹੁੰਦਾ ਡਰਾਈਵਰ ਨੂੰ, ਤੇ ਕਈ ਵਾਰੀ ਡਰਾਈਵਰ ਸੀਟ ਛੱਡ ਕੇ ਨਾ ਡਰਾਈਵਿੰਗ ਸੀਟ ਤੋਂ ਉਹ ਕਹਿੰਦਾ ਜੀ ਤੁਸੀਂ ਚਲਾ ਲਓ, ਫਿਰ ਮੈਂ ਰਹਿਣ ਦਿੰਦਾ, ਮੈਂ ਸਾਈਡ ਤੇ ਬਹਿ ਜਾਂਦਾ, ਕਿਉਂਕਿ ਕਦੀ ਇੱਦਾਂ ਚੱਲਦੀਆਂ ਨਹੀਂ ਹੁੰਦੀਆਂ। ਸੋ ਵਨ ਹੈਜ਼ ਟੂ ਗਿਵ ਏ ਡਾਇਰੈਕਸ਼ਨ ਤਾਂ ਦੇਣੀ ਪਊਗੀ। ਅੱਛਾ, ਜਾਂ ਫਿਰ ਥੱਲੇ ਤੁਹਾਨੂੰ ਪਾਵਰ ਜਿਹੜੀ ਆ ਉਹ ਡਿਸਟਰੀਬਿਊਟ ਕਰਨੀ ਪਊਗੀ, ਤੁਸੀਂ ਆਪਣੇ ਤੌਰ ਤੇ ਫੈਸਲੇ ਲਓ, ਮੈਂ ਤੁਹਾਡੇ ਨਾਲ ਖੜਾ। ਕਿਉਂਕਿ ਦੇਖੋ ਦੋ ਤਰ੍ਹਾਂ ਦੀ ਗਵਰਨੈਂਸੀ ਹੁੰਦੀ ਹੈ ਨਾ, ਜਾਂ ਤਾਂ ਮੈਂ ਜੇ ਸਪੋਜ਼ ਉਸ ਸੀਟ ਤੇ ਬੈਠਾ ਆਈ ਹੈਵ ਟੂ ਗਿਵ ਅ ਡਾਇਰੈਕਸ਼ਨ ਕਿ ਹਾਂ ਵੀ ਆਹ ਕਰੋ ਆਹ ਨਾ ਕਰੋ, ਠੀਕ ਹੈ ਨਾ। ਜਾਂ ਫਿਰ ਜਿਹੜਾ ਉੱਥੇ ਜਿਹਨੇ ਕਰਨਾ ਐਗਜ਼ੈਕਟਿਵ ਹੈ ਉਹਨੂੰ ਕਹੋ ਵੀ ਤੁਸੀਂ ਇੰਡੀਪੈਂਡੈਂਟਲੀ ਜੋ ਬੈਸਟ ਸਟੇਟ ਦਾ ਡਿਸੀਜਨ ਹੈ ਉਹ ਤੁਸੀਂ ਲਓ, ਆਈ ਵਿਲ ਸਟੈਂਡ ਬਾਈ ਯੂ। ਗੱਲ ਤਾਂ ਦੋ ਹੀ ਆ। ਹੁਣ ਮੈਨੂੰ ਲੱਗਦਾ ਇਹ ਸਾਰੇ ਇਨ ਬਿਟਵੀਨ ਫਸੇ ਆ। ਬਿਊਰੋਕ੍ਰੇਸੀ ਇੰਡੀਪੈਂਡੈਂਟ ਡਿਸੀਜ਼ਨ ਲੈਣ ਜੋਗੀ ਹੈ ਨਹੀਂ, ਇਹ ਕੋਈ ਡਿਸੀਜ਼ਨ ਦਿੰਦੇ ਨਹੀਂ ਹੈ, ਅਤੇ ਉਹ ਮਤਲਬ ਕੈਚ 22 ਵਾਲਾ ਕੰਮ ਹੋਇਆ ਆ, ਜਿੱਥੇ ਕਿਸੇ ਨੂੰ ਕੁਛ ਨਹੀਂ ਪਤਾ ਵੀ ਐਕਚੁਅਲੀ ਹੋ ਕੀ ਰਿਹਾ। ਕਿਤੇ ਵਿਰੋਧੀ ਤਰ੍ਹਾਂ ਦੇ ਕੁਛ ਨੇਤਾ ਜਿਹੜੇ ਪਹਿਲਾਂ ਸਿੱਧੂ ਮੂਸੇਵਾਲ ਦੀ ਵਿਰੋਧਤਾ ਕਰਦੇ ਰਹੇ ਹੈ, ਮੈਂ ਨਾਂ ਲੈ ਕੇ ਵੀ ਕਹਿ ਸਕਦਾ, ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਸੁਖਬੀਰ ਬਾਦਲ ਦੀ ਗੱਲ ਕਰ ਲਈਏ, ਭਾਜਪਾ ਦੀ ਗੱਲ ਕਰ ਲਈਏ, ਜਦੋਂ ਕਾਂਗਰਸ ਜੁਆਇਨ ਕੀਤੀ ਤਾਂ ਕਈ ਤਰ੍ਹਾਂ ਦੇ ਐਲੀਗੇਸ਼ਨ ਉਹਦੇ 'ਤੇ ਲੱਗਦੇ ਸੀ, ਗਨ ਕਲਚਰ ਜੇ ਉਹ ਇੱਦਾਂ ਦੀਆਂ ਗੱਲਾਂ। ਪਰ ਹੁਣ ਉਹੀ ਆਗੂ ਜਿਹੜੇ ਹੈਗੇ ਹੈ ਸਿੱਧੂ ਮੂਸੇਵਾਲ ਨੂੰ ਲੈ ਕੇ ਭਗਵੰਤ ਮਾਨ ਨੂੰ ਟਾਰਗੇਟ ਕਰ ਰਿਹਾ। ਭਗਵੰਤ ਮਾਨ ਉਹਨਾਂ ਦੀ ਪਾਰਟੀ ਦਾ ਕਹਿਣਾ ਹੈ ਕਿ ਇਸ ਮੁੱਦੇ 'ਤੇ ਜਿਹੜੀਆਂ ਦੂਜੀਆਂ ਧਿਰਾਂ ਰਾਜਸੀ ਰੋਟੀਆਂ ਸੇਕ ਰਹੀਆਂ। ਨਹੀਂ, ਰਾਜਸੀ ਰੋਟੀਆਂ ਨਹੀਂ। ਦੇਖੋ ਐਂਡ ਆਫ ਦਾ ਡੇ ਦੇਖੋ ਉਹਦੇ ਗਾਉਣ ਦਾ ਸਟਾਈਲ ਯੰਗਸਟਰਸ ਨੂੰ ਭਾਉਣਾ। ਦੇਖੋ ਜਿਹੜਾ ਬੇਸਿਕਲੀ ਕਲਾਕਾਰ ਹੁੰਦਾ ਉਹਦੀ ਕਲਾ ਦਾ ਮੁਜ਼ਾਹਰਾ ਕਰਨਾ ਅਤੇ ਉੱਥੋਂ ਦੇ ਲੋਕਾਂ ਨੂੰ ਉਹਦਾ ਚੰਗਾ ਲੱਗਣਾ ਅਤੇ ਉਹਦਾ ਪਾਪੂਲਰ ਹੋਣਾ। ਬਾਕੀ ਚੀਜ਼ਾਂ ਜਿਹੜੀਆਂ ਅਲੱਗ ਹੈਗੀਆਂ ਵੀ ਮੈਂ ਉਹਨੂੰ ਲਾਈਕ ਕਰਦਾ ਨਹੀਂ ਲਾਈਕ ਕਰਦਾ, ਸ਼ਾਇਦ ਕਿਉਂਕਿ ਜਿਹੜੀਆਂ ਚੀਜ਼ਾਂ ਹੋ ਸਕਦਾ ਮੈਂ ਵੀ ਕੁਛ ਚੀਜ਼ਾਂ ਨਾਲ ਲਾਈਕ ਕਰਦਾ, ਰਾਏ ਵੱਖਰੀ ਹੋ ਸਕਦੀ, ਰਾਏ ਵੱਖਰੀ ਹੋ ਸਕਦੀ ਆ, ਬਟ ਐਟ ਦਾ ਸੇਮ ਟਾਈਮ ਉਹ ਸਾਡੇ ਸੂਬੇ ਦੀ ਪ੍ਰੋਪਰਟੀ ਤਾਂ ਸੀ। ਉਹ ਫਿਲਮ ਇੰਡਸਟਰੀ ਚਾਹੇ ਮਿਊਜ਼ਿਕ ਇੰਡਸਟਰੀ ਉਹਦੇ ਵਿੱਚ ਜਿਹੋ ਜਿਹਾ ਚਾਹੁੰਦਾ ਸੀ ਉਹੋ ਜਿਹਾ ਉਹ ਕਰਦਾ ਸੀਗਾ, ਕਿਉਂਕਿ ਕਿੰਨੇ ਕੁ ਕਲਾਕਾਰ ਹੈਗੇ ਆ ਜਿਹੜੇ ਇੰਨੇ ਪ੍ਰਮਾਣਿਤ ਹੁੰਦੇ ਆ। ਸੋ ਇਸ ਕਰਕੇ ਮੇਰਾ ਖਿਆਲ ਹੈ ਇਹਨਾਂ ਲੋਕਾਂ ਨੂੰ ਵੀ ਐਕਚੁਅਲੀ ਮੈਂ ਦੇਖਦਾ ਵੈਸੇ ਜਗਤਾਰ ਜੀ ਬੰਦੇ ਨਾ ਸਮੇਂ-ਸਮੇਂ 'ਤੇ ਇਹੋ ਜਿਹੀਆਂ ਸਟੇਟਮੈਂਟਾਂ ਦੇ ਦਿੰਦੇ ਆ, ਔਰ ਦੇ ਦਿੰਦੇ ਆ ਇੰਨੀਆਂ ਐਗਰੈਸਿਵ ਕਿ ਉਸ ਸਮੇਂ ਤਾਂ ਸ਼ਾਇਦ ਉਹ ਚੰਗੀਆਂ ਲੱਗਦੀਆਂ, ਲੇਕਿਨ ਜਦੋਂ ਸਮਾਂ ਬਦਲਦਾ ਉਦੋਂ ਉਹ ਉਹਦੇ ਅਨੁਕੂਲ ਨਹੀਂ ਹੁੰਦੀਆਂ, ਉਹਨਾਂ ਦੇ ਜਵਾਬ ਨਹੀਂ ਦੇ ਪਾ ਹੁੰਦੇ। ਮੈਨੂੰ ਲੱਗਦਾ ਕਿ ਸਾਨੂੰ ਬਹੁਤ ਸੁਹਿਰਦਤਾ ਨਾਲ ਭਾਵੇਂ ਘੱਟ ਬੋਲੋ, ਭਾਵੇਂ ਬਿਲਕੁਲ ਓਨਾ ਬੋਲੋ ਜਿੰਨੀ ਜ਼ਰੂਰਤ ਹੈਗੀ ਆ, ਬਟ ਅਸੀਂ ਕਈ ਵਾਰੀ ਨਾ TRP ਵਧਾਉਣ ਲਈ ਅਸੀਂ ਕਈ ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਆ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਫਿਰ ਨੁਕਸਾਨ ਹੁੰਦਾ ਉਹਨਾਂ ਦਾ, ਇੰਡੀਵਿਜੂਅਲ ਵੀ ਹੁੰਦਾ। ਇਹਦੇ ਵਿੱਚ ਵੀ ਜਿਨ੍ਹਾਂ ਨੇ ਵੀ ਦਿੱਤੀ ਆ ਸਟੇਟਮੈਂਟ ਅੱਜ ਉਹ ਤਾਰੀਫਾਂ ਕਰਨ ਡਏ ਹੁੰਦੇ ਆ। ਅੱਛਾ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ, ਡਿਜੀਟਲ ਮੀਡੀਆ ਦਾ ਜ਼ਮਾਨਾ, ਉਹ ਹਰ ਚੀਜ਼ ਸਾਹਮਣੇ ਆ ਜਾਂਦੀ ਆ, ਇੱਕ ਕਟਿੰਗ ਉੱਧਰੋਂ ਚੱਲ ਪੈਂਦੀ ਆ, ਇੱਕ ਕਟਿੰਗ ਉੱਧਰੋਂ ਚੱਲ ਪੈਂਦੀ ਆ, ਅਤੇ ਫਿਰ ਤੁਹਾਡੀ ਇਮੇਜ ਕੀ ਰਹੀ, ਫਿਰ ਤੁਸੀਂ ਕਿੱਥੇ ਖੜ੍ਹੇ ਹੋ। ਸਾਹਿਬ ਭਗਤ ਸਿੰਘ, ਆਖਰੀ ਸਵਾਲ, ਜਿਸ ਪੰਜਾਬ ਦੀ ਬਿਹਤਰੀ ਦੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਦੁਨੀਆ ਭਰ 'ਚ ਬੈਠੇ ਪੰਜਾਬੀ ਤੁਹਾਨੂੰ ਦੇਖ ਰਹੇ ਆ, ਸੁਣ ਰਹੇ ਆ, ਤੁਹਾਡਾ ਬਾਹਰ ਵੀ ਬੜਾ ਰੁਤਬਾ ਹੈਗਾ, ਬੜਾ ਪਿਆਰ ਹੈ ਜਿਹੜੇ ਬਾਹਰ ਪ੍ਰਵਾਸੀ ਪੰਜਾਬੀਆਂ ਦੇ ਨਾਲ ਵੀ। ਕੀ ਤੁਸੀਂ ਬਾਹਰ ਬੈਠੇ ਪ੍ਰਵਾਸੀ ਪੰਜਾਬੀ ਉਹਨਾਂ ਨੂੰ ਵੀ ਕੋਈ ਇਹੋ ਜਿਹਾ ਸੁਨੇਹਾ ਦੇਣਾ ਚਾਹੋਗੇ ਕਿ ਪੰਜਾਬ ਨੂੰ ਸੰਕਟ 'ਚੋਂ ਕੱਢਣ ਲਈ ਜਿਹੜਾ ਸਾਡਾ ਸਮੁੱਚਾ ਭਾਈਚਾਰਾ ਉਹ ਵੀ ਕੋਈ ਭੂਮਿਕਾ ਅਦਾ ਕਰ ਸਕਦਾ? ਦੇਖੋ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ, ਉਹਨਾਂ ਨੇ ਦੋ ਤਰ੍ਹਾਂ ਦਾ ਪੰਜਾਬ ਦੇਖ ਲਿਆ, ਇੱਕ ਰਾਜਪੁਰੇ ਤੋਂ ਪਹਿਲਾਂ ਵਾਲਾ ਪੰਜਾਬ ਅਤੇ ਇੱਕ ਉਹ ਜਿੱਥੇ ਬੈਠੇ ਆ, ਚਾਹੇ ਉਹ ਕੈਨੇਡਾ 'ਚ ਬੈਠੇ ਆ, ਚਾਹੇ ਅਮਰੀਕਾ 'ਚ ਬੈਠੇ, ਚਾਹੇ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠੇ ਆ। ਸਾਡੇ ਪਿੰਡਾਂ ਨੂੰ ਆਣ ਕੇ ਉਹ ਐਜੂਕੇਸ਼ਨ ਦੇ ਥਰੂ ਅਤੇ ਸਪੋਰਟਸ ਦੇ ਥਰੂ ਨਰੋਈ ਸੋਚ ਅਤੇ ਨਰੋਈ ਸਿਹਤ
ਔਰ ਉਹਨਾਂ ਦਾ ਨਜ਼ਰੀਆ ਬਦਲਣ ਦੇ ਵਿੱਚ ਆਪਣੇ ਰੋਲ ਪਲੇ ਕਰਨਾ। ਕਿਉਂਕਿ ਉਹਨਾਂ ਨੇ ਜਦੋਂ ਦੋ ਤਰ੍ਹਾਂ ਦਾ ਦੇਖ ਲਿਆ, ਸਾਡੇ ਹੈ ਕੀ ਆ, ਸਾਡੇ ਧੜੇ ਬਣੇ ਹੋਏ ਆ। ਅੱਗੇ ਦੋ ਧੜੇ ਹੁੰਦੇ ਸੀ, ਇੱਕ ਕਾਂਗਰਸੀ, ਇੱਕ ਅਕਾਲੀ, ਹੁਣ ਆਮ ਆਦਮੀ ਪਾਰਟੀ ਦਾ ਨਾਲ ਧੜਾ ਬਣ ਜਾਊਗਾ ਜੀ। ਅੱਛਾ, ਭਾਵੇਂ ਉਹਨਾਂ ਦਾ ਲੀਡਰ ਜਿਹੜਾ ਅੰਨਾ ਹੋਵੇ, ਬੋਲਾ ਹੋਵੇ, ਕਮਲਾ ਹੋਵੇ, ਉਹਨੀ ਧੜੇ ਨੇ ਉਸ ਨਾਲ ਤੁਰ ਪੈਣਾ। ਮੈਂ ਆਪਣੇ ਪਿੰਡਾਂ 'ਚ ਵੀ ਇਹ ਗੱਲ ਕਹਿਣਾ ਹੁੰਦਾ ਵੀ ਯਾਰ ਸਾਨੂੰ ਪੁੱਛੋ ਤਾਂ ਸਹੀ ਵੀ ਸਾਡਾ ਐਜੂਕੇਸ਼ਨ ਅਸੀਂ ਕੀ ਕਰਨਾ ਚਾਹੁੰਦੇ ਹਾਂ, ਹੈਲਥ ਸਿਸਟਮ ਨੂੰ ਅਸੀਂ ਕੀ ਕਰਨਾ ਚਾਹੁੰਦੇ ਹਾਂ। ਅਸੀਂ ਤਾਂ ਉਹ ਧੜਿਆਂ 'ਚ ਵੰਡ ਕੇ, ਕਿਉਂਕਿ ਜਿੰਨਾ ਚਿਰ ਲੋਕ ਉਹ ਧੜਿਆਂ ਤੋਂ ਨਹੀਂ ਉੱਠਦੇ, ਜਿੰਨਾ ਚਿਰ ਉਹ ਸੋਚ ਨਹੀਂ ਉੱਤੇ ਲੈ ਕੇ ਆਉਂਦੇ। ਅੱਛਾ, ਪੋਲੀਟੀਸ਼ੀਅਨਸ ਨੂੰ ਕੀ ਆ, ਪੋਲੀਟੀਸ਼ੀਅਨ ਤਾਂ ਕਹਿੰਦਾ ਠੀਕ ਆ ਯਾਰ ਮੇਰਾ ਧੜਾ ਹੈਗਾ ਅਤੇ ਮੈਂ ਧੜੇ ਨੂੰ ਨਾਲ ਤੁਰ ਪਏ, ਉਨੀਆਂ ਵੋਟਾਂ ਮੈਨੂੰ ਪੈ ਜਾਣੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਤੋਂ ਉੱਤੇ ਉੱਠਣ ਦੀ ਜ਼ਰੂਰਤ ਆ। ਅਤੇ NRI ਕਿਉਂਕਿ ਹਰ ਪਿੰਡ ਤੋਂ ਬਾਹਰ ਬੈਠਾ, ਉਹ ਇਹਦੇ ਵਿੱਚ ਛੋਟਾ ਛੋਟਾ ਰੋਲ ਪਲੇ, ਮੈਂ ਨਹੀਂ ਕਹਿੰਦਾ ਕਿ ਉਹ ਬਹੁਤ ਵੱਡੇ, ਜੇ ਕੋਈ ਬਹੁਤ ਵੱਡਾ ਪ੍ਰੋਜੈਕਟ ਲਾ ਸਕਦਾ ਹੋਵੇ ਐਗਰੀਕਲਚਰ ਬੇਸ ਇੰਡਸਟਰੀ, ਉਹਦੇ ਲਈ ਸਾਨੂੰ ਬੇਸਿਕਲੀ ਸਾਨੂੰ ਬਿਊਰੋਕਰੈਟਸ ਨੂੰ ਵੀ ਖਿੱਚਣ ਦੀ ਜ਼ਰੂਰਤ ਆ, ਸਾਨੂੰ ਵੀ ਇੰਟੈਲੀਜੈਂਸ ਸਿਸਟਮ ਇਨਵੋਲਵ ਹੁੰਦਾ ਉਹਦੇ। ਬਿਲਕੁਲ ਸਾਨੂੰ ਟੈਕਨੋਕਰੈਟਸ ਵੀ ਇਨਵੋਲਵ ਕਰਨ ਦੀ ਜ਼ਰੂਰਤ ਹੈਗੀ ਆ। ਕਿਉਂਕਿ ਜਗਤਾਰ ਜੀ, ਅਸੀਂ ਇੱਕ ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਦਾ ਇਹਦੇ ਵਿੱਚ ਕਮੀ ਆ, ਅਸੀਂ ਬਿਊਰੋਕਰੈਟ ਨੇ ਅਤੇ ਪੋਲੀਟੀਸ਼ੀਅਨਸ ਨੇ ਟੈਕਨੋਕਰੈਟ ਨੂੰ ਬਾਹਰ ਕੱਢ ਦਿੱਤਾ, ਜਦ ਕਿ ਬਿਊਰੋਕਰੈਟ ਜਾਂ ਪੋਲੀਟੀਸ਼ੀਅਨ ਦਾ ਇੰਨਾ ਤਜਰਬਾ ਨਹੀਂ ਹੁੰਦਾ। ਮੈਂ ਈਵਨ ਕਿ ਬੀਇੰਗ ਏ ਮਿਨਿਸਟਰ ਔਰ ਈਵਨ ਬੀਇੰਗ ਏ ਡਾਇਰੈਕਟਰ ਸਪੋਰਟਸ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਦੇਖਦਾ। ਕਿਉਂਕਿ ਜੇ ਟੈਕਨੋਕਰੈਟ ਨਹੀਂ ਹੋਣਗੇ, ਜਿਹਦਾ ਉਸ ਫੀਲਡ ਦਾ 30-40 ਸਾਲ ਦਾ ਤਜਰਬਾ ਹੈਗਾ, ਅਤੇ ਤੁਸੀਂ ਵਧੀਆ ਡਿਸੀਜ਼ਨ ਨਹੀਂ ਲੈ ਸਕਦੇ ਜਿਹੜੇ ਕਿ ਤੁਸੀਂ 3 ਕਰੋੜ ਲੋਕਾਂ ਲਈ ਲੈਣੇ ਆ। ਹਰ ਫੀਲਡ ਦਾ ਹਰ ਫੀਲਡ ਦੇ ਵਿੱਚ ਬਿਲਕੁਲ ਨਹੀਂ ਹੋ ਸਕਦਾ। ਉਹਦੇ ਵਿੱਚ ਸਾਨੂੰ ਈਵਨ ਮਿਨਿਸਟਰੀਜ਼ ਦੇ ਵਿੱਚ ਸ਼ਾਰਟ ਟਰਮ ਅਤੇ ਲੌਂਗ ਟਰਮ 'ਤੇ ਸਾਨੂੰ ਉਹ ਕਮੇਟੀਜ਼ ਫਾਰਮ ਕਰਨੀਆਂ ਚਾਹੀਦੀਆਂ, ਸੋ ਦੈਟ ਕਿ ਉਹ ਸਮੇਂ-ਸਮੇਂ 'ਤੇ ਸਰਕਾਰਾਂ ਨੂੰ ਸਲਾਹ ਦੇ ਕੇ ਚੰਗੇ ਪਾਸੇ ਨੂੰ ਲੈ ਕੇ ਜਾ ਸਕਣ। ਔਰ ਉਹਦੇ ਵਿੱਚ ਜਿਹੜੇ ਐਕਸਪਰਟਸ ਆ, ਉਹ ਦੁਨੀਆ 'ਤੇ NRI ਵੀ ਬੈਠੇ ਹੈਗੇ ਆ। ਸਾਨੂੰ ਇਸ ਚੀਜ਼ ਦੀ ਕਮੀ ਨਹੀਂ ਹੈ, ਕਿਉਂਕਿ ਦੁਨੀਆ ਦੇ ਉੱਤੇ ਪੰਜਾਬੀਆਂ ਨੇ ਆਪਣੀ ਸਕਸੈਸ ਦਾ ਝੰਡਾ ਗੱਡਿਆ ਹੈਗਾ ਮਿਹਨਤ ਨਾਲ ਅਤੇ ਇੰਟੈਲੀਜੈਂਸੀਆ ਨਾਲ। ਇਹਦਾ ਮਤਲਬ ਸਾਡੇ ਕੋਲ ਦੋਨੇ ਚੀਜ਼ਾਂ ਹੈਗੀਆਂ ਔਰ ਉਹ ਰੈਡੀ ਆ ਸਾਡੀ ਮਦਦ ਕਰਨ ਨੂੰ। ਸਾਨੂੰ ਇਹੋ ਜਿਹਾ ਮਾਹੌਲ ਜਿਹੜਾ ਬਣਾਉਣ ਦੀ ਜ਼ਰੂਰਤ ਹੈਗੀ ਆ, ਤਾਂ ਕਿ ਆਪਾਂ ਜਿਹੜੇ ਆ ਇੱਧਰ ਨੂੰ ਚੰਗੇ ਪਾਸੇ ਨੂੰ ਪੰਜਾਬ ਨੂੰ ਤੋਰ ਸਕੀਏ। ਔਰ ਪੰਜਾਬ ਜਿਹੋ ਜਿਹਾ ਪੰਜਾਬ ਬਣਾਉਣਾ ਚਾਹੁੰਦੇ, ਔਰ ਖ਼ਾਸ ਕਰਕੇ ਭਗਵੰਤ ਮਾਨ ਜੀ ਤਾਂ ਗੱਲਾਂ ਦੇ ਵਿੱਚ ਤਾਂ ਰੰਗਲਾ ਪੰਜਾਬ ਤਾਂ ਬਹੁਤ ਕਹਿੰਦੇ ਆ, ਪਰ ਰੰਗਲਾ ਪੰਜਾਬ ਮਿਹਨਤ ਕਰਕੇ ਬਣਨਾ, ਰੰਗਲਾ ਪੰਜਾਬ ਚੰਗੇ ਡਿਸੀਜ਼ਨ ਲੈ ਕੇ ਬਣਨਾ, ਖੜ ਕੇ ਬਣਨਾ। ਇਹ ਨਹੀਂ ਹੈ ਵੀ ਇਹ ਦਿੱਲੀ ਤੋਂ ਕੋਈ ਹੋਰ ਚਲਾਉਂਦਾ ਹੋਵੇ, ਉਹਨੀ ਰੰਗਲਾ ਪੰਜਾਬ ਨਹੀਂ ਬਣ ਦੇਣਾ। ਉਹਨਾਂ ਨੇ ਤਾਂ ਆਪਣਾ, ਅਸਲੀ ਗੱਲ ਹੈ ਰੋਟੀਆਂ ਤਾਂ ਉਹ ਸੇਕਦੇ ਹੈਗੇ ਆ, ਉਹ ਬਾਕੀ ਪੋਲੀਟੀਕਲ ਪਾਰਟੀਆਂ ਰੋਟੀਆਂ ਨਹੀਂ ਸੇਕਦੀਆਂ ਹੈਗੀਆਂ। ਮੈਨੂੰ ਲੱਗਦਾ ਸਾਨੂੰ ਜਿਹੜੀ ਚੰਗੀ ਚੀਜ਼ ਆ ਭਗਵੰਤ ਮਾਨ ਨੂੰ ਪ੍ਰੇਜ਼ ਕਰਨਾ ਚਾਹੀਦਾ, ਅਤੇ ਜਿਹੜੀ ਮਾੜੀ ਚੀਜ਼ ਆ ਉਹਦੇ 'ਤੇ ਕ੍ਰਿਟੀਸਾਈਜ਼ ਵੀ ਕਰਨਾ ਚਾਹੀਦਾ। ਇਹੀ ਤਾਂ ਹੈਲਦੀ ਡੈਮੋਕ੍ਰੇਸੀ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ ਸਾਹਿਬ ਪ੍ਰਗਟ ਸਿੰਘ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਇਹ ਸਨ ਸਾਹਿਬ ਪ੍ਰਗਟ ਸਿੰਘ, ਜਿਹੜੇ ਕਿ ਦੁਨੀਆ ਭਰ 'ਚ ਪੰਜਾਬੀਆਂ ਦੇ ਜਾਣੇ ਪਹਿਚਾਣੇ ਚਿਹਰੇ ਹੈ। ਚਾਹੇ ਆਪਾਂ ਕਪਤਾਨੀ ਦੀ ਗੱਲ ਕਰੀਏ ਅਤੇ ਚਾਹੇ ਪੋਲੀਟਿਕਸ ਦੀ ਗੱਲ ਕਰੀਏ, ਜਿਸ ਮੁੱਦੇ 'ਤੇ ਗੱਲ ਕੀਤੀ ਹੈ, ਗੱਲ ਨਵਜੋਤ ਸਿੱਧੂ ਦੀ ਹੋਵੇ, ਸਿੱਧੂ ਮੂਸੇਵਾਲਾ ਦੀ ਹੋਵੇ, ਸਵਾਲ ਇੱਕੋ ਹੀ ਵੱਡਾ ਹੈ ਕਿ ਪੰਜਾਬ ਨੂੰ ਸੰਕਟ 'ਚੋਂ ਕੱਢ ਕੇ ਕਿੱਦਾਂ ਬਿਹਤਰ ਰਾਹ 'ਤੇ ਲਿਆਂਦਾ ਜਾ ਸਕਦਾ ਹੈ। ਇਹਨਾਂ ਮੁੱਦਿਆਂ 'ਤੇ ਉਹਨਾਂ ਨੇ ਬਹੁਤ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਤੁਹਾਡੇ ਸਾਰਿਆਂ ਵੱਲੋਂ ਮੈਂ ਇੱਕ ਵਾਰ ਮੁੜ ਉਹਨਾਂ ਦਾ ਧੰਨਵਾਦੀ ਹਾਂ, ਅਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ਼੍ਰੀ ਅਕਾਲ।